जी की फतेह। ਤੁਹਾਨੂੰ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਅਮਨਪ੍ਰੀਤ ਕੌਰ ਬਰੋਕਾ। ਮੈਂ ਡਿਪਾਰਟਮੈਂਟ ਆਫ ਆਯੂਸ਼ ਤੋਂ ਆਪਣੀ ਟੀਮ ਡਾਕਟਰ ਹਰਬਖਸ਼ ਤੇ ਡਾਕਟਰ ਅਮਰਦੀਪ ਕੋਲ ਨਾਲ ਅਸੀਂ ਪੂਰਾ ਹਫਤਾ ਤੁਹਾਡੇ ਨਾਲ ਬਨੇ ਰਹਾਂਗੇ। ਸਾਡੇ ਡਿਫਰੈਂਟ ਟੌਪਿਕ ਸਾਨੂੰ ਅਸਾਈਨ ਹੋਏ ਨੇ। ਅਸੀਂ ਡਿਫਰੈਂਟ ਹੈਲਥ ਦੇ ਬਾਰੇ ਵਿੱਚ ਆਯੁਰਵੇਦ ਪਰਸਪੈਕਟਿਵਸ ਲੈ ਕੇ, ਕਿਉਂਕਿ ਆਯੁਰਵੇਦ ਇਜ਼ ਵੇ ਆਫ ਲਾਈਫ, ਤੇ ਅਸੀਂ ਆਯੁਰਵੇਦ ਨੂੰ ਲੈ ਕੇ ਤੁਹਾਡੇ ਸਾਹਮਣੇ ਕਾਫੀ ਚੀਜ਼ਾਂ ਰੱਖਾਂਗੇ। ਜਨਰਲ ਹੈਲਥ ਦੇ ਬਾਰੇ ਵਿੱਚ ਵੀ ਡਿਸਕਸ ਕਰਾਂਗੇ। ਆਉਣ ਵਾਲੇ ਹਫਤੇ ਵਿੱਚ ਤੁਹਾਡੇ ਨਾਲ ਜੁੜੇ ਰਹਾਂਗੇ। ਪਰ ਇਸ ਤੋਂ ਪਹਿਲੇ ਮੈਂ ਇਸ ਉਪਰਾਲੇ ਵਾਸਤੇ ਆਰਗੇਨਾਈਜ਼ਰਸ ਨੂੰ ਤੇ ਸਭ ਤੋਂ ਪਹਿਲੇ ਆਪਣੇ ਡਾਇਰੈਕਟਰ ਡਾਕਟਰ ਮੋਹਨ ਸਿੰਘ ਸਰ ਜੀ ਦਾ ਤਹਿ ਦਿਲ ਨਾਲ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਸਾਨੂੰ ਇਸ ਕਾਬਿਲ ਸਮਝਿਆ ਤੇ ਸਾਨੂੰ ਇਸ ਉਪਰਾਲੇ ਦਾ ਮੌਕਾ ਮਿਲਿਆ। ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕਿ ਮੈਂ ਵੀ ਇਸ ਉਪਰਾਲੇ ਦਾ ਕਿਸੇ ਵੀ ਤਰ੍ਹਾਂ ਨਾਲ ਪਾਰਟ ਬਣੀ। ਇੱਕ ਹੁਣ ਅਸੀਂ ਜਿਸ ਤਰ੍ਹਾਂ ਵੀ ਮੈਂ ਕਿਹਾ ਹੈ ਹੁਣੇ, ਆਯੁਰਵੇਦ ਇੱਕ ਵੇ ਆਫ ਲਾਈਫ ਹੈ, ਜੀਵਨ ਜੀਣ ਦਾ ਇੱਕ ਤਰੀਕਾ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਰਾਤੀ ਕੀਰਤਨ ਸੋਹਿਲੇ ਤੱਕ ਅਸੀਂ ਆਪਣੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਰਾਤੀ ਕੀਰਤਨ ਸੋਹਿਲੇ ਤੱਕ ਅਸੀਂ ਆਪਣੀ ਬੋਡੀ ਕੌਨਸਟੀਟਿਊਸ਼ਨ ਦੇ ਹਿਸਾਬ ਨਾਲ, ਦਿਨ ਰਾਤ ਦੇ ਹਿਸਾਬ ਨਾਲ, ਸਰਦੀ ਗਰਮੀ ਦੇ ਹਿਸਾਬ ਨਾਲ ਜੋ ਕੁਝ ਕਰਨਾ ਹੈ, ਜੋ ਕੁਝ ਖਾਣਾ ਹੈ, ਜੋ ਕੁਝ ਪੀਣਾ ਹੈ, ਜੋ ਸਾਡੀਆਂ ਐਕਟੀਵਿਟੀਜ਼ ਹੋਣਗੀਆਂ, ਉਹ ਸਭ ਆਯੁਰਵੇਦ ਦੱਸਦਾ ਹੈ। ਆਯੁਰਵੇਦ ਸਾਨੂੰ ਦੱਸਦਾ ਹੈ ਕਿ ਅਸੀਂ ਕੀ ਕਰਨਾ ਹੈ, ਕਦੋਂ ਕਰਨਾ ਹੈ, ਕੀ ਖਾਣਾ ਹੈ, ਕਿੰਨਾ ਖਾਣਾ ਹੈ, ਸਭ ਕੁਝ ਡਿਟੇਲ ਵਿੱਚ। ਤੇ ਹੁਣ ਮੈਂ ਇਹ ਕਹਿਣਾ ਚਾਹਾਂਗੀ, ਅਸੀਂ ਬਚਪਨ ਤੋਂ ਹੀ ਸਿੰਪੋਜ਼ੀਅਮਸ ਵਿੱਚ ਪਾਰਟਿਸਿਪੇਟ ਕਰਦੇ ਆ ਰਹੇ ਹਾਂ। ਤੇ ਜਦੋਂ ਹੈਲਥ ਦਾ ਕੋਈ ਵੀ ਟੌਪਿਕ ਆਉਂਦਾ ਅਸੀਂ ਕੀ ਲਿਖਦੇ ਹਾਂ? ਹੈਲਥ ਇਜ਼ ਵੈਲਥ। ਇਫ ਵੈਲਥ ਇਜ਼ ਲੋਸਟ ਨਥਿੰਗ ਇਜ਼ ਲੋਸਟ, ਇਫ ਹੈਲਥ ਇਜ਼ ਲੋਸਟ ਐਵਰੀਥਿੰਗ ਇਜ਼ ਲੋਸਟ ਲਿਖਦੇ ਹਾਂ। ਤੇ ਫਿਰ ਨਾਲ ਜਦੋਂ ਸਾਨੂੰ ਮੰਮੀ ਕੋਈ ਸੋਨੇ ਦੀ ਵਾਲੀਆਂ ਜਾਂ ਕੋਈ ਅਸੀਂ ਸ਼ਰਟ ਬਾਹਰੋਂ ਖਰੀਦਣ ਕੇ ਲਿਆਉਂਦੇ ਹਾਂ, ਸੰਭਾਲ ਕੇ ਰੱਖਦੇ ਹਾਂ। ਆਪਣੀ ਕਿੰਨੀ ਸੰਭਾਲ ਕੇ ਰੱਖਦੇ ਹਾਂ ਨਾ, ਸਹੇਜ ਕੇ ਰੱਖਦੇ ਹਾਂ। ਤੇ ਪਰ ਆਪਣੀ ਅਸੀਂ ਹੈਲਥ ਨਾਲ ਤਾਂ ਇਸ ਤਰ੍ਹਾਂ ਨਹੀਂ ਕਰਦੇ। ਜੋ ਕੁਛ ਗੰਦ ਬਲਾ, ਬਸ ਜੋ ਜੀਭ ਨੂੰ ਅੱਛਾ ਲੱਗਣਾ ਚਾਹੀਦਾ ਅਸੀਂ ਸਭ ਕੁਝ ਆਪਣੇ ਪੇਟ ਵਿੱਚ ਪਾ ਲੈਂਦੇ ਹਾਂ। ਹੁਣੇ ਮੇਰੇ ਤੋਂ ਪਹਿਲੇ ਜਿਹੜਾ ਲੈਕਚਰ ਹੋਇਆ ਉਸ ਦੇ ਵਿੱਚ ਡਿਟੇਲ ਵਿੱਚ ਗੱਲ ਹੋਈ। ਮੈਂ ਇੰਨੀ ਡਿਟੇਲ ਵਿੱਚ ਗਰੋਥ ਐਂਡ ਡਿਵੈਲਪਮੈਂਟ ਕਰਕੇ, ਗਰੋਥ ਐਂਡ ਨਿਊਟ੍ਰੀਸ਼ਨ ਕਰਕੇ ਮੇਰਾ ਇੱਕ ਟੌਪਿਕ ਹੈ, ਮੈਂ ਉਸ ਦੇ ਵਿੱਚ ਤੁਹਾਡੇ ਨਾਲ ਗੱਲ ਕਰਾਂਗੀ। ਲੇਕਿਨ ਮੈਂ ਹਾਲੇ ਇਹ ਕਹਿਣਾ ਚਾਹ ਰਹੀ ਹਾਂ ਕਿ ਮਾਈ ਹੈਲਥ ਇਜ਼ ਮਾਈ ਰਿਸਪੋਂਸਿਬਿਲਿਟੀ। ਜਿਹੜੀ ਮੇਰੀ ਸਿਹਤ ਹੈ ਔਰ ਮੇਰੀ ਰਿਸਪੋਂਸਿਬਿਲਿਟੀ ਹੈ, ਉਹ ਮੇਰੀ ਮੰਮੀ ਦੀ ਵੀ ਰਿਸਪੋਂਸਿਬਿਲਿਟੀ ਨਹੀਂ ਹੈ। ਅਸੀਂ ਬੱਚੇ ਕੀ ਕਰਦੇ ਹਾਂ? ਮੰਮੀ ਦੁੱਧ ਦਾ ਗਲਾਸ ਪੀ ਲਿਆ, ਮਾਂ ਦੇ ਉੱਪਰ ਅਹਿਸਾਨ ਕਰਤਾ ਕਿ ਅਸੀਂ ਇੱਕ ਦੁੱਧ ਦਾ ਗਲਾਸ ਪੀ ਲਿਆ ਹੈ। ਇਹ ਚੀਜ਼ ਤੁਸੀਂ ਨਹੀਂ ਕਰਨੀ ਹੈ। ਤੁਹਾਡੀ ਹੈਲਥ ਤੁਹਾਡੀ ਰਿਸਪੋਂਸਿਬਿਲਿਟੀ ਹੈ। ਅਗਰ ਤੁਹਾਨੂੰ ਕੱਲ੍ਹ ਦਰਦ ਹੋਏਗੀ, ਮਾਂ ਨੂੰ ਨਾਲ ਦਰਦ ਹੋਏਗੀ, ਲੇਕਿਨ ਭੁਗਤਣਾ ਕਿਸਨੇ ਹੈ? ਕਿਸਨੇ ਭੁਗਤਣਾ ਹੈ? ਜਿੰਨੀ ਦਰਦ ਤੁਹਾਨੂੰ ਹੋਏਗੀ ਉਹ ਕੋਈ ਨਹੀਂ ਭੁਗਤੇਗਾ, ਉਹ ਤੁਸੀਂ ਹੀ ਦੇਖੋਗੇ। ਤੇ ਇਸ ਕਰਕੇ ਅਸੀਂ ਅਗਰ ਕੋਈ ਵੀ ਆਦਤ ਅਸੀਂ ਅਗਰ ਪਾਣੀ ਹੈ, ਇਸ ਉਮਰ ਵਿੱਚ ਪੈ ਜਾਏ ਤੇ ਬਹੁਤ ਅੱਛੀ ਗੱਲ ਹੋ ਜਾਂਦੀ ਹੈ। ਤੇ ਅਗਰ ਸਾਡੀ ਏਜ ਤੱਕ ਆ ਕੇ ਆਦਤਾਂ ਜਿਹੜੀਆਂ ਹਨ ਚੇਂਜ ਕਰਨੀਆਂ, ਇਟ ਇਜ਼ ਕੁਆਇਟ ਡਿਫਿਕਲਟ। ਸਾਡੇ ਵਾਸਤੇ ਕਾਫੀ ਮੁਸ਼ਕਿਲ ਹੁੰਦੀ ਆ ਆਦਤਾਂ ਚੇਂਜ ਕਰਨ ਵਾਸਤੇ। ਲੇਕਿਨ ਹੁਣ ਜਿਸ ਤਰ੍ਹਾਂ ਅੱਜ ਕੱਲ੍ਹ ਮੈਂ ਟ੍ਰੈਂਡ ਦੇਖ ਰਹੀ ਹਾਂ ਕਿ ਅਸੀਂ ਨਾ ਸੰਡੇ ਇੱਕ ਚੀਟ ਡੇ ਰੱਖਿਆ ਹੈ। ਅਸੀਂ ਪੂਰਾ ਹਫਤਾ ਤੇ ਹੈਲਦੀ ਖਾਂਦੇ ਹਾਂ, ਲੇਕਿਨ ਅਸੀਂ ਸੰਡੇ ਨੂੰ ਜਾਂ ਸੈਟਰਡੇ ਨੂੰ ਅਸੀਂ ਇੱਕ ਚੀਟ ਡੇ ਰੱਖਿਆ ਹੈ। ਜ਼ਹਿਰ ਖਾਣ ਵਾਸਤੇ ਵੀ ਚੀਟ ਡੇ, ਉਸ ਦੇ ਵਾਸਤੇ ਕੀ ਕੋਈ ਢਿਲਾਈ ਨਹੀਂ ਹੈ। ਅਗਰ ਦਵਾਈ ਦੀ ਅਗਰ 1 mg ਦੀ ਕੋਈ ਦਵਾਈ ਤੁਹਾਡੀ ਸਿਹਤ ਉੱਪਰ ਕੋਈ ਅਸਰ ਕਰਦੀ ਹੈ ਤੇ ਇਹ ਤੇ ਅਸੀਂ ਗ੍ਰਾਮਸ ਕਿੰਨੇ ਜ਼ਿਆਦਾ 500 ਗ੍ਰਾਮਸ ਜਾਂ ਇੰਨੇ ਨਾ ਜ਼ਿਆਦਾ ਚੀਜ਼ਾਂ ਖਾ ਲੈਂਦੇ ਹਾਂ। ਜਾਂ ਕਿੰਨਾ ਜ਼ਿਆਦਾ ਦੱਸਿਆ ਕਿ ਕੋਲਡ ਡਰਿੰਕਸ ਬੋਡੀ ਵਾਸਤੇ ਠੀਕ ਨਹੀਂ ਹਨ, ਉਹਨਾਂ ਵਿੱਚ ਪੈਸਟੀਸਾਈਡਸ ਹੁੰਦੇ ਨੇ। ਫਿਰ ਵੀ ਅਸੀਂ ਆਪਣੇ ਵਿੱਚ ਕੰਟਰੋਲ ਨਹੀਂ ਕਰ ਸਕਦੇ। ਅਸੀਂ ਕਹਿੰਦੇ ਹਾਂ ਕਿ ਅੱਜ ਚੀਟ ਡੇ ਹੈ ਕਿ ਅਸੀਂ ਥੋੜ੍ਹਾ ਜਿਹਾ ਜ਼ਹਿਰ ਖਾਣਾ ਹੈ। ਇਹ ਗੱਲਾਂ ਥੋੜ੍ਹਾ ਆਈ ਥਿੰਕ ਮੈਂ ਤੁਹਾਨੂੰ ਸਿਰਫ ਝਕਝੋਰਨ ਵਾਸਤੇ ਕਹਿ ਰਹੀ ਹਾਂ ਕਿ ਚੀਜ਼ ਦੇ ਆਪਣੇ ਆਪ ਨੂੰ ਧੋਖਾ ਨਹੀਂ ਅਸੀਂ ਦੇਣਾ। ਪੂਰੀ ਦੁਨੀਆ ਖਾਂਦੀ ਰਹੇ, ਕੀ ਫਰਕ ਪੈਂਦਾ ਹੈ? ਲੇਕਿਨ ਤੁਸੀਂ ਨਹੀਂ ਖਾਣਾ। ਸੈਲਫ ਕੰਟਰੋਲ, ਹੁਣੇ ਗੱਲ ਹੋ ਰਹੀ ਸੀ ਕਿ ਸਭ ਤੋਂ ਜ਼ਿਆਦਾ ਡਿਫਿਕਲਟ ਕੀ ਚੀਜ਼ ਹੈ? ਸੈਲਫ ਕੰਟਰੋਲ ਇਜ਼ ਆਲਸੋ ਏ ਵੈਰੀ ਡਿਫਿਕਲਟ ਥਿੰਗ। ਤੁਹਾਡੇ ਸਾਹਮਣੇ ਸਾਰੇ ਖਾ ਰਹੇ ਹੋਣਗੇ, ਸਾਰੇ ਸਾਹਮਣੇ TV ਦੇਖ ਰਹੇ ਹੋਣਗੇ, ਤੁਹਾਡਾ ਐਗਜ਼ਾਮ ਹੈ, ਤੁਹਾਨੂੰ ਸੈਲਫ ਕੰਟਰੋਲ ਚਾਹੀਦਾ ਹੈ। ਮੈਂ ਇਹ ਵਾਲਾ ਸੀਰੀਅਲ ਹੈ, ਅੱਜ ਕੱਲ੍ਹ ਤਾਂ YouTube ਹੈ। ਸਾਡੇ ਵੇਲੇ ਹੁੰਦਾ ਸੀਗਾ ਕਿ ਇੱਕ ਵਾਰੀ ਕੁਝ ਚੀਜ਼ ਮਿਸ ਹੋ ਗਈ, ਉਹ ਦੁਬਾਰਾ ਅਸੀਂ ਨਹੀਂ ਦੇਖ ਸਕਦੇ ਸੀ। ਲੇਕਿਨ ਅੱਜ ਕੱਲ੍ਹ ਤਾਂ ਤੁਸੀਂ ਆਰਾਮ ਨਾਲ ਦੇਖ ਸਕਦੇ ਹੋ। ਅੱਜ ਕੱਲ੍ਹ ਤਾਂ ਮਤਲਬ ਕਈ ਚੀਜ਼ਾਂ ਬੜੀ ਜਲਦੀ ਅਵੇਲੇਬਲ ਹੋ ਜਾਂਦੀਆਂ, ਲੇਕਿਨ ਸੈਲਫ ਕੰਟਰੋਲ ਵੀ ਬਹੁਤ ਜ਼ਿਆਦਾ ਡਿਫਿਕਲਟ ਹੈ। ਤੇ ਲੇਕਿਨ ਅਗਰ
और इन्ना मुश्किल भी नहीं है। अगर तुसी एक बारी सोच लिया, अगर मन के हारे हार है, मन के जीते जीत है ना, तो मन ने अगर सोच लिया कि मैं ये चीज़ नहीं करनी है, तो फिर वो करना बहुत ज़्यादा आसान हो जाता है, वो तुसी आराम नाल कर पाते हो। सिर्फ एक माइंड गेम है, ये माइंड विच सोचण दी गल है। हुण असी हैल्थ उपर आने आ, नैक्सट स्लाइड। अज मैं थोड़ा जिहा जनरल सोशल कुछ टॉपिक्स भी डिस्कस करांगी जिहड़े मैनूं काफ़ी अखरदे हन। उस तो पहले मैं आयुर्वेद विच हैल्थ नूं किस तरह लिया जाता है, की किया जाता है हैल्थ नूं, उस बारे विच अज मैं डिस्कस करांगी। हुण जिहड़ी मैं तुहाडे नाल इह वाली गल कीती है कि असीं ये चीज़ खांदे हां, कुड़ियां विच खास करके ये सारियां चीज़ां खाण नाल PCOD दी बड़ी ज़्यादा प्रॉब्लम्स, आई थिंक जिहड़ियां एडोलेसेंट गर्ल्स हैं वो बहुत ज़्यादा सफ़र कर रहे हैं। इन्ना ज़्यादा दुख होंदा है, छोटियां छोटियां कुड़ियां इन्नियां PCOD दी प्रॉब्लम साडे नाल लैके आंदियां। असीं की करिए, दवाइयां किन्ना कुछ काम करनगियां जब तक लाइफ स्टाइल, इट इज़ ए लाइफ स्टाइल डिसऑर्डर, जब तक तुहाडा लाइफ स्टाइल ठीक नहीं होएगा, तुहाडा खान पान रहन सहन ठीक नहीं होएगा, दवाइयां ने किन्ना काम करना है। और दवाइयां दा ये है कि एक दवाई एक असर करती है तो 2 ते 4 साइड इफेक्ट छोड़ जाती है। तो इस करके बेटा सेल्फ कंट्रोल करके अगर जिंदगी जीना है, और हुण तुसी एक क्वेश्चन ये आ जाएगा कि अगर मैनू कोई तकलीफ है तो किसी नूं की प्रॉब्लम है उस नाल। एक नेशन वास्ते, एक यूथ, एक बच्चा एक एसेट होना चाहिए, उसका लाइबिलिटी नहीं होना चाहिए। अगर तुसी बीमार हो तो तुसी अपनी फैमिली वास्ते, पहले अपने वास्ते, फिर अपनी फैमिली वास्ते, अपनी सोसाइटी वास्ते, अपने देश वास्ते, फिर पूरे इस अर्थ उपर एक लाइबिलिटी हो, तुसी एसेट नहीं हो। तो जिस देश का यूथ एसेट नहीं हो के लाइबिलिटी होएगा, उस तुसी देश का या उस कौम का अगे जाके की होएगा, ये तो वाहिगुरू ही मालिक है। तो असी हुण जिन्नियां भी अच्छियां गल्लां, परसनैलिटी डिवेलपमेंट की गल कर रहे हैं, कैरियर की गल कर रहे हैं, सेहत ही ठीक नहीं है तो की कैरियर, सेहत ही ठीक नहीं है तो तुसी सोहणे सिख बन ही नहीं सकते। सो माई हैल्थ इज़ माई रिस्पोंसिबिलिटी, मेरी जिहड़ी हैल्थ है वो मेरी जिम्मेवारी है, किसी होर दी नहीं। तो इसकी देखभाल मैं ही करनी है। तो ये जिहड़े अजकल जिहड़े भी डिजीज़ हैं, जिहड़े इंबैलेंस तो, या जिस तरह आयुर्वेद में वात पित्त कफ के इंबैलेंस तो होंदा, उन्हां दा ट्रीटमेंट हो जाता है। लेकिन लाइफ स्टाइल डिसऑर्डर्स का ट्रीटमेंट, एक बीमारी आती है जाती है, दूजी आ जाती है, उसदियाँ साइड इफैक्ट्स हैं, उसदियाँ कॉम्प्लीकेशनस हैं। डायबिटीज़ का तुसीं देख लो, असीं कहते हैं कि एक बारी शुरू हो जाती है तो असीं फिर दवाई पूरी जिंदगी चलनी है। थायराइड की दवाई जिंदगी, आई थिंक तुहाडे पेरेंट्स लै भी रहे होंगे, थायराइड की दवाई पूरी जिंदगी चलनी है, ब्लड प्रेशर की दवाई पूरी जिंदगी चलनी है। लेकिन अगर ये लोग जिहड़े दवाई लैंदे ये भी अगर अपने लाइफ स्टाइल चेंजिज करन, कुछ आयुर्वेदिक हॉस्पिटल साडी टीम लगी हुई है, असी बड़े ज़्यादा पेशेंट्स की दवाइयाँ छुड़वाइयाँ भी हैं। तुसीं साडे कोल आओ, आयुर्वेदिक हॉस्पिटल आओ, असी तुहानूं उस तरह नाल तुहाडी प्रकृति, बॉडी कॉन्स्टिट्यूशन के हिसाब नाल इस तरह तुहाड़ियां चीज़ां, दवाइयाँ, ड्रग्स वगैरह छुड़वावांगे। PCOD ट्रीटमेंट आयुर्वेद विच है। मैं तो हाली भी यही सजेस्ट करांगी कि अगर किसी नूं है भी है, वो हारमोन्स वगैरह बच्ची कोई लै रही है, हारमोन्स वगैरह छोड़ के नेचर की तरफ आओ, नेचर नाल कनैक्ट करो, नैचुरल चीज़ां लो, उस नाल भी बीमारियां ठीक हो रही हैं। नैक्सट स्लाइड प्लीज़। हुण आयुर्वेद विच हैल्थ नूं किया गया है कि साडे दोष होंदे न, टिश्यूज़ होंदे न, ते अंदर जिहड़े मल होंदे न, जिहड़े वेस्ट प्रोडक्ट है, उन्हां दा बैलेंस जिहड़ा है वो हैल्थ है। इस दे नाल नाल साडी बॉडी स्टेट ऑफ माइंड की है, साडी सोल कैसी है, ये सब कुछ जिहड़ा हैल्थ है, हैल्थ दे विच इसदा होंदा है। जिस तरह सम दोषा सम अग्निश्च सम धातु मल क्रिया, ठीक है, जिहड़ा इन्हां दा साडा इक्विलिब्रियम होना बहुत ज़रूरी है। नाल जिहड़ी डाइजेस्टिव फायर है साडे अंदर, जिहड़ा कुछ हुणे असीं मैटाबॉलिज्म की गल कीती, आयुर्वेदिक कंसैप्ट में जिहड़ा मैटाबॉलिज्म है वो अग्नि है, डाइजेस्टिव फायर है, जो सारा साडा डाइजेस्ट करती है, और जो भी साडी एंजाइमेटिक एक्टिविटीज़ बॉडी विच हो रही हैं वो सारा वो डाइजेस्टिव फायर ही करती है। तो इन सब चीज़ों का जब तक बैलेंस नहीं होएगा तो असी हैल्दी नहीं होवांगे। हैल्दी असी तां ही होवांगे सारी स्टेट्स का, सारी माइंड, सोल, बॉडी, टिश्यूज़, साडी जिहड़ी डाइजेस्टिव फायर, दोशाज, जो ये सारी इक्विलिब्रियम स्टेट विच होणगियां ते तां हैल्थ मेनटेन होएगी।
ਹੁਣ ਅਸੀਂ ਪਹਿਲੇ WHO ਨੇ ਜਿਹੜੀ ਡੈਫੀਨੇਸ਼ਨ ਦਿੱਤੀ ਸੀ ਉਹ ਦਿੱਤੀ ਸੀ ਕੰਪਲੀਟ ਫਿਜ਼ੀਕਲ ਐਂਡ ਸੋਸ਼ਲ ਵੈਲਬੀਇੰਗ ਕਰਕੇ, ਠੀਕ ਹੈ, ਜਾਂ ਐਬਸੈਂਸ ਆਫ ਡਿਜ਼ੀਜ਼ ਔਰ ਇਨਫਰਮਿਟੀ ਕਰਕੇ। 1948 ਵਿੱਚ ਐਲਮਾ-ਅਟਾ ਦੀ ਇੱਕ ਮੀਟਿੰਗ ਹੋਈ ਤੇ ਉਹਨਾਂ ਨੇ ਕਿਹਾ ਨਹੀਂ, ਜਦ ਤੱਕ ਕੰਪਲੀਟ ਫਿਜ਼ੀਕਲ ਮੈਂਟਲ ਸੋਸ਼ਲ ਵੈਲਬੀਇੰਗ ਨਹੀਂ ਹੁੰਦਾ ਉਹ ਹੈਲਥ ਨਹੀਂ ਹੈ। ਹੈਲਥ ਤਾਂ ਹੀ ਹੈ ਜਦੋਂ ਇੱਕ ਬੰਦਾ ਫਿਜ਼ੀਕਲੀ, ਮੈਂਟਲੀ, ਸੋਸ਼ਲੀ ਬਿਲਕੁਲ ਠੀਕ ਹੋਏਗਾ, ਉਸਦੇ ਸਾਰੇ ਹਿਊਮਰਸ ਜਿਹੜੇ ਹਨ ਉਹ ਇਕੁਇਲਿਬਰੀਅਮ ਸਟੇਟ ਵਿੱਚ ਹਨ, ਉਹ ਹੈਲਥ ਹੈ। ਸਿਰਫ ਐਬਸੈਂਸ ਆਫ ਡਿਜ਼ੀਜ਼ ਔਰ ਇਨਫਰਮਿਟੀ ਹੈਲਥ ਨਹੀਂ ਹੈ। ਆਈ ਥਿੰਕ ਤੁਹਾਨੂੰ ਸਮਝ ਆ ਰਿਹਾ ਹੋਏਗਾ। ਅਗਰ ਨਹੀਂ ਆ ਰਿਹਾ, ਅਗਰ ਮੈਂ ਥੋੜਾ ਫਾਸਟ ਚੱਲ ਰਹੀ ਹਾਂ ਤੇ ਤੁਸੀਂ ਮੈਨੂੰ ਰੋਕ ਸਕਦੇ ਹੋ, ਮੈਂ ਥੋੜਾ ਸਲੋ ਵੀ ਹੋ ਜਾਵਾਂਗੀ, ਠੀਕ ਹੈ। ਮੈਂ ਇਹ ਵਾਲਾ ਜਿਹੜਾ ਨੈਕਸਟ ਸਲਾਈਡ, ਇਹ ਜਿਹੜਾ ਮੈਂ ਸਿਰਫ ਟੱਚ ਕਰਦੇ ਹੋਏ ਜਾਵਾਂਗੀ ਕਿਉਂਕਿ ਮੈਂ ਬੋਡੀ ਕੌਨਸਟੀਟਿਊਸ਼ਨ ਪ੍ਰਕਿਰਤੀ ਦੀ ਗੱਲ ਕੀਤੀ ਹੈ। ਆਯੁਰਵੇਦ ਵਿੱਚ ਕੋਈ ਵੀ ਸਾਡਾ ਟਰੀਟਮੈਂਟ ਹੈ ਜਿਹੜੀ ਇਟ ਇਜ਼ ਇਹ ਹੋਲਿਸਟਿਕ ਫਾਰਮ ਆਫ ਟਰੀਟਮੈਂਟ। ਮੈਂ ਇੱਕ ਡਿਜ਼ੀਜ਼ ਦੀ ਟਰੀਟਮੈਂਟ ਨਹੀਂ ਕਰਦੀ। ਅਗਰ ਦੋ ਬੰਦਿਆਂ ਨੂੰ ਇੱਕ ਹੀ ਡਿਜ਼ੀਜ਼ ਹੈ, ਸਮਝ ਲਓ ਹਾਈਪਰਟੈਂਸ਼ਨ ਜਾਂ ਰਿਊਮੇਟੋਇਡ ਅਰਥਰਾਈਟਿਸ, ਦੋਨਾਂ ਦੀ ਟਰੀਟਮੈਂਟ ਡਿਫਰੈਂਟ ਹੋਏਗੀ ਕਿਉਂਕਿ ਅਸੀਂ ਬੋਡੀ ਕੌਨਸਟੀਟਿਊਸ਼ਨ ਦੇ ਹਿਸਾਬ ਨਾਲ ਉਸਨੂੰ ਦਵਾਈ ਦੇਵਾਂਗੇ। ਅਗਰ ਕਿਸੇ ਵਿੱਚ ਵਾਤ ਜ਼ਿਆਦਾ ਹੈ, ਪਿੱਤ ਜ਼ਿਆਦਾ ਹੈ ਜਾਂ ਕਫ ਘੱਟ ਹੈ ਤੇ ਅਸੀਂ ਉਸ ਹਿਸਾਬ ਨਾਲ ਪਹਿਲੇ ਬੋਡੀ ਕੌਨਸਟੀਟਿਊਸ਼ਨ ਡਿਸਾਈਡ ਕਰਦੇ ਹਾਂ ਕਿ ਵਟ ਇਜ਼ ਦਾ ਬੋਡੀ ਕੌਨਸਟੀਟਿਊਸ਼ਨ ਜਾਂ ਬੋਡੀ ਟਾਈਪ ਆਫ ਦਿਸ ਪਰਸਨ। ਪਹਿਲੇ ਉਹ ਕਰਕੇ ਫਿਰ ਅਸੀਂ ਦਵਾਈਆਂ ਡਿਸਾਈਡ ਕਰਦੇ ਹਾਂ ਕਿ ਇਸ ਨੂੰ ਕਿਹੜੀ ਦਵਾਈ ਦੇਣੀ ਹੈ। ਤੇ ਇਹ ਸਿਰਫ ਦਵਾਈਆਂ ਡਿਸਾਈਡ ਕਰਨ ਵਾਸਤੇ ਨਹੀਂ, ਕਿਉਂਕਿ ਜਿਸ ਤਰ੍ਹਾਂ ਜਿਹੜਾ ਵਾਤ ਪ੍ਰਕਿਰਤੀ ਵਾਲਾ ਹੁੰਦਾ ਹੈ ਉਹ ਬੜਾ ਚੱਲ ਹੋਏਗਾ, ਅਸੀਂ ਕਹਿੰਦੇ ਇਹ ਤਾਂ ਨਚੱਲੀ ਨਹੀਂ ਬੈਠ ਸਕਦੀ ਜਾਂ ਇਹ ਤਾਂ ਆਪਣੀ ਜਗ੍ਹਾ ਤੋਂ ਹਿਲਦੀ ਨਹੀਂ। ਜਿਹੜਾ ਕਫ ਪ੍ਰਕਿਰਤੀ ਵਾਲਾ ਹੋਏਗਾ ਉਹ ਆਪਣੀ ਜਗ੍ਹਾ ਤੋਂ ਨਹੀਂ ਹਿੱਲੇਗਾ, ਜਿਹੜਾ ਵਾਤ ਵਾਲਾ ਹੋਏਗਾ ਉਹ ਚੱਲਦਾ ਹੀ ਰਹੇਗਾ। ਤੇ ਹੁਣ ਕੋਈ ਡਿਜ਼ੀਜ਼ ਹੈ ਉਹ ਵਾਤ ਪ੍ਰਕਿਰਤੀ ਵਾਲੇ ਵਿੱਚ ਹੋਇਆ ਤੇ ਉਸ ਦੇ ਵਿੱਚ ਤੇ ਚੱਲ ਗੁਣ ਪਹਿਲੇ ਹੀ ਹੈ, ਉਹ ਪਹਿਲੇ ਹੀ ਨਚੱਲਾ ਰਹਿੰਦਾ ਹੈ ਨਾ। ਤੇ ਅਸੀਂ ਤੇ ਬੜੇ ਨਿਊਰੋਲੋਜੀਕਲ ਡਿਸਆਰਡਰਸ ਹੁੰਦੇ ਨੇ ਜਿਸ ਦੇ ਵਿੱਚ ਡਿਫਰੈਂਟ ਜਿਹੜੀਆਂ ਹੁੰਦੀਆਂ ਪੈਥੋਲੋਜੀਕਲ ਟਾਈਪਸ ਆਫ ਬਿਹੇਵੀਅਰ ਹੁੰਦੇ ਨੇ, ਮੂਵਮੈਂਟਸ ਹੁੰਦੀਆਂ ਤੇ ਸਾਨੂੰ ਉਹ ਫਿਰ ਕੋਰਿਲੇਟ ਕਰਨਾ ਪੈਂਦਾ ਕਿ ਵਟ ਇਜ਼ ਦਾ ਪ੍ਰਕਿਰਤੀ ਟਾਈਪ ਆਫ ਦੈਟ ਪਰਸਨ। ਬੇਸਿਕਲੀ ਜਿਹੜਾ ਡਾਇਗਨੋਸਿਸ ਹੈ, ਟਰੀਟਮੈਂਟ ਹੈ, ਡਾਇਟਰੀ ਰੈਜੀਮ ਹੈ, ਡੇਲੀ ਐਕਸਰਸਾਈਜ਼ਿਸ ਹਨ, ਉਹ ਸਾਰੀਆਂ ਬੋਡੀ ਕੌਨਸਟੀਟਿਊਸ਼ਨ ਉੱਪਰ ਡਿਪੈਂਡ ਕਰਦੀਆਂ ਨੇ। ਨੈਕਸਟ ਸਲਾਈਡ। ਇਹੋ ਹੀ ਮੈਂ ਕਿਹਾ ਕਿ ਦੋਸ਼ਾਸ ਦੇ ਹਿਸਾਬ ਨਾਲ ਕੀ ਬੋਡੀ ਹੁੰਦਾ, ਇਹ ਅਸੀਂ ਡਿਟੇਲ ਵਿੱਚ ਅਗਲੇ ਉਸ ਦੇ ਵਿੱਚ ਦੱਸਾਂਗੇ ਕਿ ਕਿਹੜੇ ਕਿਹੜੇ ਸੀਜ਼ਨ ਦੇ ਵਿੱਚ ਕਿਹੜਾ ਅਸੀਂ ਕੀ ਚੀਜ਼ ਲੈਣੀ ਚਾਹੀਦੀ ਹੈ ਸਾਨੂੰ ਪ੍ਰਕਿਰਤੀ ਦੇ ਹਿਸਾਬ ਨਾਲ। ਹੁਣ ਅਸੀਂ ਨੈਕਸਟ, ਹੁਣ ਜਿਸ ਤਰ੍ਹਾਂ ਮੈਂ ਆ ਰਹੀ ਸਾਂ ਕਿ ਆਯੁਰਵੇਦ ਦੇ ਉੱਪਰ ਬੇਸਿਕਲੀ ਜਿਹੜਾ ਆਯੁਰਵੇਦ ਹੈ ਉਹ ਇਹ ਕਹਿੰਦਾ ਹੈ ਕਿ ਜਿਹੜਾ ਹੈਲਦੀ ਬੰਦਾ ਹੈ, ਹੈਲਦੀ ਕੋਈ ਵੀ ਇੰਡੀਵਿਜੂਅਲ ਹੈ, ਪਹਿਲੇ ਅਸੀਂ ਪ੍ਰੀਵੈਂਸ਼ਨ ਕਰਕੇ ਉਸਦੀ ਹੈਲਥ ਦੀ ਰੱਖਿਆ ਕਰਨੀ ਹੈ। ਉਸਦੇ ਹੈਲਥ ਦਾ ਇਕੁਇਲਿਬਰੀਅਮ ਜਿਹੜਾ ਹੈ, ਹੈਲਦੀ ਇਕੁਇਲਿਬਰੀਅਮ ਹੈ, ਉਹ ਮੇਨਟੇਨ ਰੱਖਣਾ ਹੈ। ਪਹਿਲਾ ਸਾਡਾ ਸਾਰਾ ਮਤਲਬ ਜਿਹੜੇ ਵੀ ਸਾਡੇ ਆਯੁਰਵੈਦਿਕ ਟੈਕਸਟ ਹਨ ਉਹਨਾਂ ਦਾ ਇੱਕ ਪਾਰਟ ਸਿਰਫ ਇਸ ਚੀਜ਼ ਉੱਪਰ ਹੈ ਕਿ ਅਸੀਂ ਹੈਲਥ ਕਿਸ ਤਰ੍ਹਾਂ ਉਹਨਾਂ ਦੀ ਪ੍ਰੀਜ਼ਰਵ ਕਰ ਸਕਦੇ ਹਾਂ। ਅਸੀਂ ਜਦੋਂ ਪ੍ਰੀਜ਼ਰਵ ਨਹੀਂ ਕਰ ਪਾਏ ਫਿਰ ਅਸੀਂ ਦੇਖਣਾ ਹੈ ਕਿ ਹੁਣ ਇਸ ਤੋਂ ਇਹ ਵਾਲਾ ਡਿਜ਼ੀਜ਼ ਹੋ ਗਿਆ ਹੈ ਤੇ ਫਿਰ ਉਸ ਦੀ ਅਸੀਂ ਟਰੀਟਮੈਂਟ ਕਰਦੇ ਹਾਂ। ਤੇ ਇਸ ਬੇਸਿਕ ਜਿਹੜੀ ਵੀ ਸਾਡੀ ਤ੍ਰਿਦੋਸ਼ ਥਿਊਰੀ ਹੈ, ਜਿਹੜਾ ਕਿ ਦੋਸ਼ਾਂ ਦੇ ਹਿਸਾਬ ਨਾਲ ਵੈਲਬੀਇੰਗ ਅਸੀਂ ਡਿਸਾਈਡ ਕਰਦੇ ਹਾਂ ਕਿ ਇਹ ਬੈਲੈਂਸ ਵਿੱਚ ਹੈ ਜਾਂ ਨਹੀਂ ਹੈ। ਕਿਸੇ ਨੂੰ ਵੀ ਕੋਈ ਵੀ ਆਈ ਥਿੰਕ ਸਮ ਟਰਮਸ ਆਰ ਨਿਊ ਫॉर ਯੂ ਐਜ਼ ਏ ਮਤਲਬ ਆਯੁਰਵੈਦਿਕ ਕੰਸੈਪਟ ਹੈ ਤੇ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਏਗੀ, ਕੁਝ ਵੀ ਨਹੀਂ ਸਮਝ ਵਿੱਚ ਆ ਰਿਹਾ, ਅਸੀਂ ਤੁਹਾਡੇ ਨਾਲ ਡਿਟੇਲ ਵਿੱਚ ਵੀ ਡਿਸਕਸ ਕਰ ਸਕਦੇ ਹਾਂ। ਫਿਰ ਜਿਸ ਤਰ੍ਹਾਂ ਹੁਣੇ ਮੈਂ ਕਿਹਾ ਕਿ ਉਸਦੀ ਹੋਲਿਸਟਿਕ ਅਪਰੋਚ ਹੈ, ਅਸੀਂ ਸਿਰਫ ਇੱਕ ਪੇਸ਼ੈਂਟ ਨੂੰ ਲੈ ਕੇ ਨਹੀਂ ਚੱਲਦੇ, ਇੱਕ ਬਿਮਾਰੀ ਨੂੰ ਲੈ ਕੇ ਨਹੀਂ ਚੱਲਦੇ, ਪੇਸ਼ੈਂਟ ਨੂੰ ਔਨ ਦਾ ਹੋਲ ਲੈ ਕੇ ਚੱਲਦੇ ਹਾਂ। ਨੈਕਸਟ। ਫਿਰ ਜਦੋਂ ਤੁਸੀਂ ਛੋਟੇ ਸੀਗੇ ਜਾਂ ਆਯੁਰਵੇਦ ਤੋਂ ਤੁਸੀਂ ਇਹ ਸਮਝਦੇ ਹੋ ਕਿ ਜਿੱਥੋਂ ਤੱਕ ਮੇਰਾ ਖਿਆਲ ਹੈ, ਅਗਰ ਕੁਝ ਚੇਂਜ ਹੋਇਆ ਤਾਂ ਤੁਸੀਂ ਬੋਲ ਵੀ ਸਕਦੇ ਹੋ ਕਿ ਅਸੀਂ ਕਿਸੇ ਪਲਾਂਟ ਡਿਟੋਕਸ਼ਨ ਜਾਂ ਕੋਈ ਕਾੜਾ ਪੀ ਲਿਆ, ਕੋਈ ਚੂਰਨ ਚਟਨੀ ਲੈ ਲਈ, ਹੈ ਨਾ, ਇਸ ਤਰ੍ਹਾਂ ਨਾਲ ਜਿਹੜੀ ਟਰੀਟਮੈਂਟ ਹੋਏਗੀ ਉਹ ਹੋਏਗੀ। ਤਾਂ ਬੇਸਿਕਲੀ ਜਿਹੜਾ ਆਯੁਰਵੇਦ ਹੈ ਸਾਡੀ ਬਾਡੀ ਪੰਜ ਮਹਾਭੂਤ ਨਾਲ ਬਣੀ ਹੈ ਤੇ ਜਿਹੜਾ ਸਾਡੀ ਨੇਚਰ ਹੈ ਉਹ ਵੀ ਪੰਜ ਮਹਾਭੌਤਿਕ ਹੀ ਹੈ। ਪੰਜ ਮਹਾਭੂਤ ਕੀ ਹੁੰਦੇ ਨੇ ਪਤਾ ਹੈ ਕਿਸੇ ਨੂੰ? ਜਲ, ਅਗਨੀ, ਪ੍ਰਿਥਵੀ, ਹੈ ਨਾ, ਵਾਯੂ, ਇਹ ਸਾਰੇ ਪੰਜ ਮਹਾਭੂਤ ਹਨ। ਆਕਾਸ਼ ਇੱਕ ਤੇ ਨੇਚਰ ਵੀ ਇਸੇ ਚੀਜ਼ ਨਾਲ ਬਣੀ ਹੈ। ਜਿਸ ਤਰ੍ਹਾਂ ਕਹਿੰਦੇ ਆ ਕਿ ਮਿੱਟੀ ਹੈ, ਸਰੀਰ ਤੇ ਮਿੱਟੀ ਹੀ ਹੋ ਜਾਣਾ ਹੈ। ਬੇਸਿਕਲੀ ਸਾਡਾ ਨੈਚੁਰਲ ਬੀਇੰਗ ਹੈ ਤੇ ਇਸ ਦੇ ਨੇਚਰ ਨਾਲ ਹੀ ਮਿਲ ਜਾਣਾ ਹੈ। ਤੇ ਜਦੋਂ ਅਸੀਂ ਇਸ ਨੂੰ ਨੈਚੁਰਲ ਪ੍ਰੋਡਕਟਸ
ਨੈਚੁਰਲ ਪ੍ਰੋਡਕਟਸ, ਨੈਚੁਰਲ ਬਣੀਆਂ ਹੋਈਆਂ ਦਵਾਈਆਂ, ਮਤਲਬ ਕੈਮੀਕਲੀ ਪ੍ਰੋਡਿਊਸਡ ਨਹੀਂ, ਸਿੰਥੈਟਿਕ ਨਹੀਂ, ਅਸੀਂ ਉਹ ਦਿੰਦੇ ਹਾਂ ਅਤੇ ਉਹ ਸਾਡੇ ਸਰੀਰ ਵਿੱਚ ਘੱਟ ਤੋਂ ਘੱਟ ਸਾਈਡ ਇਫੈਕਟਸ ਪ੍ਰੋਡਿਊਸ ਕਰਦੀਆਂ ਜਾਂ ਨਹੀਂ ਹੀ ਕਰਦੀਆਂ। ਉਹ ਤਾਂ ਹੀ ਕਰਦੀਆਂ ਜਦੋਂ ਜਾਂ ਅਸੀਂ ਕੋਈ ਅਧਿਕ ਮਾਤਰਾ ਵਿੱਚ ਲੈ ਲਈਏ ਜਾਂ ਸਾਡੀ ਉਸਦੀ ਜਿਹੜੀ ਡੋਜ਼ਿਸ ਹੈ ਅਸੀਂ ਉਹ ਫੋਲੋ ਨਾ ਕਰੀਏ, ਅਦਰਵਾਈਜ਼ ਉਹ ਸਾਡੀ ਵਨਨੈਸ ਦੇ ਕਾਰਨ ਸਾਡੀ ਬੋਡੀ ਵਿੱਚ ਸਾਈਡ ਇਫੈਕਟਸ ਪ੍ਰੋਡਿਊਸ ਨਹੀਂ ਕਰਦੀਆਂ। ਨੈਕਸਟ, ਤੇ ਇਹ ਜਿਹੜਾ ਵੀ ਅਸੀਂ ਕਰੈਕਟਿੰਗ ਮੈਕੈਨਿਜ਼ਮ ਹੈ ਆਯੁਰਵੇਦ ਦਾ, ਉਹ ਜਦੋਂ ਨੇਚਰ ਦੇ ਨਾਲ ਇੱਕ ਅਲਾਈਨਮੈਂਟ ਵਿੱਚ ਹੁੰਦਾ ਹੈ ਤੇ ਸਾਈਡ ਇਫੈਕਟਸ ਵੀ ਨਹੀਂ ਹੁੰਦੇ ਤੇ ਨਾਲ ਅਸੀਂ ਬਹੁਤ ਜਲਦੀ ਹੈਲਦੀ ਤੇ ਉਹ ਵੀ ਹੋ ਜਾਂਦੇ ਹਾਂ। ਨੈਕਸਟ ਹੁਣ ਇਹ ਤੇ ਮੈਂ ਤੁਹਾਨੂੰ ਕਨਸੈਪਚੁਅਲ ਦੱਸਦਾ ਜੀ, ਅਸੀਂ ਇਹ ਕਰਨਾ ਚਾਹੀਦਾ, ਇਹ ਹੁੰਦਾ ਹੈ, ਲੇਕਿਨ ਇਹ ਅਸੀਂ ਹੁਣ ਕਰਨਾ ਕਿਸ ਤਰ੍ਹਾਂ ਹੈ ਇਹ ਮੈਂ ਸ਼ਾਰਟ ਵਿੱਚ ਦੱਸਾਂਗੀ। 24 ਘੰਟੇ ਹੁੰਦੇ ਨੇ ਦਿਨ ਦੇ ਵਿੱਚ, ਠੀਕ ਹੈ। ਤੁਸੀਂ ਇਸ ਨੂੰ 8 × 3 24 8 ਆਵਰਸ ਵਿੱਚ ਤੁਸੀਂ ਡਿਵਾਈਡ ਕਰ ਲਓ। 8 ਘੰਟੇ ਦੀ ਸਲੀਪ ਬਹੁਤ ਜ਼ਰੂਰੀ ਹੈ। ਹੁਣ ਅੱਜ ਕੱਲ੍ਹ ਬੱਚੇ ਕੀ ਕਰਦੇ ਨੇ, ਈਅਰਫੋਨ ਲਗਾਏ ਦਾ ਹੁੰਦਾ, ਕੰਨਾਂ ਵਿੱਚ ਕੋਈ ਵੀ ਮਿਊਜ਼ਿਕ, ਮੂਵੀ, ਵਟਐਵਰ ਲੱਗੇ ਦਾ ਹੁੰਦਾ, ਉਹ ਸੋ ਰਹੇ ਹੁੰਦੇ ਨੇ। ਉਹ ਨੀਂਦਰ ਨਹੀਂ ਤੁਹਾਡੀ ਪੂਰੀ ਹੋਏਗੀ। ਤੁਹਾਡਾ ਮਾਈਂਡ ਰਿਲੈਕਸ ਹੋਣਾ ਚਾਹੀਦਾ ਸੌਣ ਵਕਤ, ਤਾਂ ਕਿ ਤੁਹਾਡੀ ਬੋਡੀ ਨੂੰ ਹੀਲਿੰਗ ਦਾ ਟਾਈਮ ਮਿਲੇ, ਤੁਹਾਡੀ ਬੋਡੀ ਹੀਲ ਹੋਏ, ਤੁਹਾਡਾ ਮੈਂਟਲ ਸਟੇਟਸ ਇੰਪਰੂਵ ਹੋਏ। ਇਸ ਦਿਨ ਵਿੱਚ ਤੁਸੀਂ ਜੋ ਕੁਝ ਵੀ ਕੀਤਾ ਹੈ ਉਹ ਤੁਸੀਂ ਅਨਡੂ ਕਰਨਾ ਹੈ। ਅਸੀਂ ਕੰਪਿਊਟਰ ਵਿੱਚ ਕਰਦੇ ਹਾਂ ਨਾ ਅਨਡੂ, ਹੈ ਨਾ, ਜੋ ਕੁਝ ਵੀ ਨੈਗੇਟਿਵਿਟੀ ਹੈ ਤੁਸੀਂ ਉਸ ਨੂੰ ਅਨਡੂ ਕਰਨਾ ਹੈ। ਜਦੋਂ ਤੁਸੀਂ ਕੰਨਾਂ ਵਿੱਚ ਲਾ ਕੇ ਮਾਈਕ੍ਰੋਫੋਨ ਲਗਾ ਕੇ ਸੁੱਤੇ ਰਹੋਗੇ ਜਾਂ ਕੋਈ ਵੀ ਗਾਣੇ ਵਗੈਰਾ ਜੋ ਵੀ ਚੱਲਦੇ ਰਹੋਗੇ, ਤੁਹਾਡਾ ਮਾਈਂਡ ਰਿਲੈਕਸ ਨਹੀਂ ਹੋਏਗਾ। ਫਿਰ ਉਹ ਸਭ ਚੀਜ਼ਾਂ ਅਨਡੂ ਕਿਸ ਤਰ੍ਹਾਂ ਹੋਣਗੀਆਂ, ਨਵਾਂ ਸਵੇਰਾ ਕਿਸ ਤਰ੍ਹਾਂ ਹੋਏਗਾ। ਅੱਧੇ ਤੋਂ ਜ਼ਿਆਦਾ ਬੱਚੇ, ਈਵਨ ਵੱਡੇ ਵੀ ਜਿਨ੍ਹਾਂ ਨੂੰ ਆਦਤ ਪੈ ਗਈ ਹੈ, ਰਾਤੀ ਪੂਰਾ ਪਬਜੀ ਚੱਲਦਾ ਹੈ, ਖੇਲਦੇ ਹੋ ਨਾ ਪਬਜੀ, ਕੌਣ ਖੇਲਦਾ ਹੈ। ਹੁਣ ਇਹਨਾਂ ਵਿੱਚੋਂ ਜਿਹੜਾ ਵੀ ਬੱਚਾ, ਮੈਂ ਇੱਥੇ ਆਪਣਾ ਫ਼ੋਨ ਨੰਬਰ ਲਿਖਾਂਗੀ, ਕੋਈ ਤੁਹਾਡੇ ਸਾਰਿਆਂ ਵਿੱਚੋਂ ਇੱਕ ਵੀ ਬੱਚਾ ਰਾਤੀ 10:30 ਵਜੇ ਤੱਕ 10 10:30 ਵਜੇ ਸੌਣਾ ਸ਼ੁਰੂ ਕਰੇ, ਉਹ ਮੈਨੂੰ ਫੋਨ ਕਰੇ। ਤੇ ਅਗਰ ਮੈਨੂੰ ਇੱਕ ਵੀ ਫੋਨ ਆ ਗਿਆ ਤੇ ਮੈਂ ਸੋਚਾਂਗੀ ਕਿ ਜਿਹੜਾ ਮੈਂ ਇੱਥੇ ਖੜੇ ਹੋ ਕੇ ਲੈਕਚਰ ਦਿੱਤਾ ਹੈ ਉਸ ਦਾ ਮੈਨੂੰ ਕੁਝ ਫਾਇਦਾ ਹੋਇਆ। ਇੱਕ ਵੀ ਬੱਚਾ, ਲੇਕਿਨ ਝੂਠਾ ਫੋਨ ਨਹੀਂ ਕਰਨਾ, ਸੱਚਾ ਹੀ ਕਰਨਾ ਹੈ। ਕੋਈ ਪਬਜੀ ਛੋੜ ਦੇ, ਰਾਤੀ ਗਾਣੇ ਨਹੀਂ ਸੁਣਨੇ ਹਨ, ਕੰਟਰੋਲ ਯੋਰਸੈਲਫ। ਇੱਕ ਵਾਰੀ ਨੀਂਦਰ ਆ ਜਾਏਗੀ ਫਿਰ ਕੁਛ ਨਹੀਂ। 8 ਘੰਟੇ ਦੀ ਵਿੱਚ ਸਲੀਪ ਬਹੁਤ ਜ਼ਰੂਰੀ ਹੈ। ਤੁਸੀਂ ਪਿਛਲੇ ਦਿਨ ਦਾ, ਪਿਛਲੇ ਮਹੀਨੇ ਦਾ ਸਭ ਕੁਝ ਆਪਣੀ ਬੋਡੀ ਤੋਂ, ਆਪਣੇ ਦਿਮਾਗ ਤੋਂ ਅਨਡੂ ਕਰਨਾ ਹੈ। ਬੋਡੀ ਨੂੰ ਹੀਲਿੰਗ ਦਾ ਟਾਈਮ ਚਾਹੀਦਾ ਹੈ ਨਾ। ਇੱਕ ਸਾਡਾ ਖਾਣ ਪਾਨ ਖਰਾਬ ਹੋ ਗਿਆ, ਇੱਕ ਅਸੀਂ ਆਪਣਾ ਸਕਰੀਨ ਟਾਈਮ ਵੱਧ ਗਿਆ ਕੋਵਿਡ ਦੀ ਵਜ੍ਹਾ ਨਾਲ, ਦੂਸਰਾ ਅਸੀਂ ਕੀ ਕਰ ਲਿਆ, ਆਪਣਾ ਸੋਣਾ ਹੀ ਨਹੀਂ। ਰਾਤੀ ਜਦੋਂ ਤੁਸੀਂ 1 2 3 ਵਜੇ ਸੋਵੋਗੇ, ਅੰਮ੍ਰਿਤ ਵੇਲੇ ਤੁਸੀਂ ਸੋਵੋਗੇ ਤੇ ਉੱਠੋਗੇ ਕਿੰਨੇ ਵਜੇ, 12 1 ਵਜੇ 2 ਵਜੇ, ਤੇ ਬ੍ਰੇਕਫਾਸਟ ਜਿਹੜਾ 8 9 ਵਜੇ ਤੋਂ ਪਹਿਲੇ ਹੋ ਜਾਣਾ ਚਾਹੀਦਾ ਉਹ ਤੇ ਹੋਏਗਾ ਹੀ ਨਹੀਂ। ਤੇ ਇਹ ਜੇ ਸਾਰਾ ਕੀ ਹੋ ਜਾਂਦਾ ਹੈ, ਇਹ ਸਾਰਾ ਇੰਬੈਲੈਂਸ ਕ੍ਰੀਏਟ ਹੋ ਜਾਂਦਾ ਹੈ। ਠੀਕ ਹੈ, ਹੁਣ ਇਹ ਮੈਂ ਤੁਹਾਨੂੰ ਦੱਸ ਦਿੱਤਾ। ਹੁਣ ਇਹ ਕਰਨਾ ਕਿਸ ਤਰ੍ਹਾਂ ਹੈ। ਪਹਿਲਾ, ਰਾਈਜ਼ ਐਂਡ ਸ਼ਾਈਨ। ਨੈਕਸਟ ਸਲਾਈਡ। ਅੰਮ੍ਰਿਤ ਵੇਲੇ ਨਹੀਂ ਤੇ ਥੋੜਾ ਜਲਦੀ ਉੱਠੋ, ਜਿਸ ਮਰਜ਼ੀ ਵਾਹਿਗੁਰੂ ਨੂੰ ਯਾਦ ਕਰਨਾ ਹੈ ਵਾਹਿਗੁਰੂ ਨੂੰ ਯਾਦ ਕਰੋ, ਜਾਂ ਜੋ ਵੀ ਤੁਹਾਡਾ ਦਿਲ ਕਰਦਾ ਹੈ, ਮੈਡੀਟੇਟ ਕਰਨਾ ਹੈ, ਪਾਠ ਕਰਨਾ ਹੈ। ਮਤਲਬ ਇਹ ਜਿਹੜਾ ਟਾਈਮ ਹੈ ਇਹ ਵਾਹਿਗੁਰੂ ਦਾ ਟਾਈਮ ਹੈ, ਇਹ ਉੱਪਰ ਵਾਲੇ ਦਾ ਨਾਲ ਅਸੀਂ ਲੈਣਾ ਹੈ ਉਸ ਟਾਈਮ 'ਤੇ ਉੱਠ ਕੇ। ਤੇ ਅਗਰ ਉੱਠੋਗੇ ਤੇ ਸ਼ਾਈਨ ਕਰੋਗੇ, ਰਾਈਜ਼ ਐਂਡ ਸ਼ਾਈਨ। ਫਿਰ ਐਕਸਰਸਾਈਜ਼ ਕਰਨੀ ਹੈ, ਉਹ ਤੁਸੀਂ ਆਪਣਾ ਅੱਜ ਕੱਲ੍ਹ ਬਹੁਤ ਜ਼ਿਆਦਾ ਅਵੇਲੇਬਲ ਹੈ। ਤੁਸੀਂ ਆਪਣੇ ਹਿਸਾਬ ਨਾਲ, ਅਗਰ ਤੁਸੀਂ ਸਾਡੇ ਕੋਲੋਂ ਕੰਸਲਟ ਕਰਨਾ ਹੈ, ਸਾਡੀ ਉੱਥੇ ਯੋਗਾ OPD ਚੱਲ ਰਹੀ ਹੈ, ਪੰਚਕਰਮਾ ਵਿੱਚ ਅਸੀਂ ਐਕਸਰਸਾਈਜ਼ਿਸ ਕਰਵਾ ਰਹੇ ਹਾਂ ਫॉर ਪੈਰਾਪਲੇਜਿਕ ਔਰ ਅਦਰ ਪੇਸ਼ੈਂਟਸ ਨੂੰ ਵੀ। ਤੁਸੀਂ ਆ ਕੇ ਸਾਡੇ ਨਾਲ ਉੱਥੇ ਕੋਈ ਵੀ ਰਾਏ ਲੈਣਾ ਚਾਹ ਸਕਦੇ ਹੋ, ਆਪਣੇ ਫੈਮਿਲੀ ਮੈਂਬਰਸ ਨੂੰ ਕੋਈ ਰਾਏ ਚਾਹੀਦੀ ਹੈ ਐਕਸਰਸਾਈਜ਼ ਦੇ ਬਾਰੇ ਵਿੱਚ, ਤੇ ਉਹ ਸਾਡੇ ਕੋਲ ਆ ਕੇ ਲੈ ਸਕਦਾ ਹੈ। ਤੁਸੀਂ ਥੋੜ੍ਹੀ ਜਿਹੀ 15 20 25 ਮਿੰਟ, ਅੱਧਾ ਘੰਟਾ ਐਕਸਰਸਾਈਜ਼ ਕਰਨੀ ਹੈ ਵਾਹਿਗੁਰੂ ਦਾ ਨਾਮ ਲੈਣ ਤੋਂ ਬਾਅਦ। ਈਟ ਰਾਈਟ, ਇਹ ਬੜੀ ਜ਼ਿਆਦਾ ਗੱਲ ਹੋ ਚੁੱਕੀ ਹੈ ਈਟ ਰਾਈਟ ਉੱਪਰ। ਈਟ ਰਾਈਟ ਐਂਡ ਔਨ ਟਾਈਮ। ਹੁਣ ਤੁਸੀਂ ਖਾਇਆ ਉਹੀ, ਲੇਕਿਨ ਤੁਸੀਂ ਦੁਪਹਿਰ ਤੱਕ ਭੁੱਖੇ ਰਹੇ, ਕੁਝ ਵੀ ਨਹੀਂ ਖਾਇਆ ਤੁਸੀਂ, ਤੇ ਇੱਕਦਮ ਤੁਸੀਂ 4-5 ਰੋਟੀ, ਕਿਉਂਕਿ ਭੁੱਖ ਤੇ ਲੱਗੇਗੀ, ਤੁਸੀਂ ਇੱਕਦਮ ਖਾ ਲੋਗੇ, ਇਸ ਤਰ੍ਹਾਂ ਨਹੀਂ। ਦੇयर ਸ਼ੁੱਡ ਬੀ ਫ੍ਰੀਕੁਐਂਟ ਮੀਲਸ, ਔਰ ਫ੍ਰੀਕੁਐਂਟ ਮੀਲਸ ਵੀ ਹੈਲਦੀ ਹੋਣੇ ਚਾਹੀਦੇ ਨੇ। ਕਦੀ ਕਦੀ ਆਪਣੇ ਆਪ ਨੂੰ ਡੀਟੌਕਸੀਫਾਈ ਕਰਨਾ ਚਾਹੀਦਾ ਹੈ। ਡੀਟੌਕਸੀਫਾਈ ਹੈ, ਡਿਟੇਲਸ ਅਸੀਂ ਤੁਹਾਨੂੰ ਦੱਸ ਦਾਂਗੇ, ਲੇਕਿਨ ਇਹ ਹੈ ਕਿ ਤੁਸੀਂ 2-3 ਦਿਨ ਦਾ ਕੁਝ ਫਾਸਟ ਕਰ ਲਿਆ, ਜਾਂ ਸਿਰਫ ਸੈਲਡਸ ਹੀ ਲੈ ਲਏ, ਜਾਂ ਸਿਰਫ ਸੂਪਸ ਹੀ ਲੈ ਲਏ 3 ਦਿਨ, ਜਾਂ 3 ਦਿਨ ਤੁਸੀਂ ਆਪਣਾ ਕੁਝ
ਡਰਿੰਕ ਇਸ ਤਰ੍ਹਾਂ ਦੀ ਬਣਾ ਕੇ ਖੀਰਾ ਵਗੈਰਾ ਪਾ ਕੇ ਪਾਣੀ ਵਿੱਚ ਉਹ ਰੱਖ ਦਿੱਤਾ ਰਾਤ ਭਰ, ਤੇ ਦਿਨ ਭਰ ਤੁਸੀਂ ਉਹੀ ਵਾਲਾ ਪਾਣੀ ਪੀਣਾ ਹੈ। ਇਸ ਤਰ੍ਹਾਂ ਦੀ ਤੁਸੀਂ ਡੀਟੌਕਸੀਫਿਕੇਸ਼ਨਸ ਕਰ ਸਕਦੇ ਹੋ। ਤੇ ਸਾਡੇ ਵਿੱਚ ਪੰਚਕਰਮ ਹੈ ਜਿਹੜਾ ਮੇਨ ਬੋਡੀ, ਇਹ ਤੁਸੀਂ ਘਰ ਹੀ ਕਰ ਸਕਦੇ ਹੋ, ਲੇਕਿਨ ਪੰਚਕਰਮਾਂ ਵਾਸਤੇ ਤੁਹਾਨੂੰ ਹਸਪੀਟਲ ਆਉਣਾ ਪਏਗਾ। ਉਸ ਦੇ ਵਿੱਚ ਅਸੀਂ ਪੂਰੀ ਬੋਡੀ ਦਾ ਡੀਟੌਕਸੀਫਿਕੇਸ਼ਨ ਕਰਦੇ ਹਾਂ। ਸਾਡੇ ਕੋਲ ਡਾਕਟਰ ਹਰਬਖਸ਼ਨ AMD ਹਨ ਪੰਚਕਰਮਾ ਵਿੱਚ, ਇਹ ਤੁਹਾਨੂੰ ਇਸ ਦੇ ਬਾਰੇ ਵਿੱਚ ਇੱਕ ਲੈਕਚਰ ਵੀ ਲੈਣਗੇ ਤੇ ਡਿਟੇਲਸ ਵਿੱਚ ਵੀ ਦੱਸਣਗੇ। ਫਿਰ ਮੈਡੀਟੇਟ ਕਰਨਾ ਹੈ, ਪਹਿਲੇ ਅਸੀਂ ਕਹਿੰਦੇ ਕਨੈਕਟ ਵਿਦ ਨੇਚਰ, ਇਹ ਮੈਂ ਤੁਹਾਨੂੰ ਪੰਜ ਮਹਾਭੂਤੀ ਥਿਊਰੀ ਕਰਕੇ ਵਨਨੈਸ ਵਿਦ ਨੇਚਰ ਦਾ ਡਿਟੇਲਸ ਦੱਸ ਚੁੱਕੀ ਹਾਂ। ਐਵਰੀਡੇ ਮਸਾਜ, ਮਾਲਿਸ਼ ਕਰਨੀ ਹੈ ਸਿਰ ਦੀ, ਬੋਡੀ ਦੀ, ਐਵਰੀਡੇ ਆਈ ਥਿੰਕ ਮੁਸ਼ਕਿਲ ਹੋ ਜਾਂਦਾ ਹੈ, ਲੇਕਿਨ ਐਟਲੀਸਟ ਵੀਕਲੀ ਜਾਂ ਓਕੇਜਨਲੀ ਮਸਾਜ ਤੁਸੀਂ ਕਰ ਸਕਦੇ ਹੋ। ਉਸ ਦੇ ਨਾਲ ਬੋਡੀ ਡੀਟੌਕਸੀਫਾਈ ਵੀ ਹੁੰਦੀ ਹੈ, ਬੋਡੀ ਤੋਂ ਟੌਕਸਿਨਸ ਵੀ ਨਿਕਲਦੇ ਹਨ, ਤੁਹਾਡਾ ਰਿਜੂਵੀਨੇਸ਼ਨ ਹੁੰਦਾ ਹੈ, ਹਰ ਕੰਮ ਕਰਨ ਦੀ ਵਿਗਰ ਤੇ ਵਾਈਟੈਲਿਟੀ ਇਸ ਨਾਲ ਵੱਧਦੀ ਹੈ, ਲੌਂਜੇਵਿਲਿਟੀ ਵੱਧਦੀ ਹੈ, ਔਰ ਤੁਸੀਂ ਹੈਲਦੀ ਫੀਲ ਕਰਦੇ ਹੋ। ਸਾਊਂਡ ਸਲੀਪ, ਇਸ ਦੇ ਬਾਰੇ 'ਚ ਤਾਂ ਮੈਨੂੰ ਲੱਗਦਾ ਕਾਫੀ ਲੰਬਾ ਲੈਕਚਰ ਹੋ ਗਿਆ, ਤੇ ਮੈਂ फ़ोन ਦੀ ਵੇਟ ਕਰਦੇ ਰਹਿਣਾ ਹੈ, ਕੋਈ ਨਾ ਕੋਈ ਤੇ ਆਏਗਾ, ਠੀਕ ਹੈ। ਤੇ ਰੀਕ੍ਰੀਏਸ਼ਨ ਵੀ ਬਹੁਤ ਜ਼ਰੂਰੀ ਹੈ। ਅਸੀਂ ਹੁਣ ਕਹਿ ਰਹੇ ਹਾਂ ਕਿ ਕੈਰੀਅਰ ਓਰੀਐਂਟੇਸ਼ਨ, ਅਸੀਂ ਕੈਰੀਅਰ ਵੀ ਹੋਣਾ ਚਾਹੀਦਾ, ਇਹ ਵੀ ਹੋਣਾ ਚਾਹੀਦਾ। ਟੇਕ ਆਊਟ ਸਮ ਟਾਈਮ ਫॉर योरसेल्फ। ਪੜ੍ਹਾਈ ਅਗਰ ਤੁਸੀਂ ਦਿਲ ਲਗਾ ਕੇ 2-4 ਘੰਟੇ ਕਰੋਗੇ ਉਹ ਵੀ ਬਹੁਤ ਹੈ ਦਿਲ ਲਗਾ ਕੇ, ਲੇਕਿਨ ਅਗਰ ਦਿਮਾਗ ਵਿੱਚ 4-5 ਚੀਜ਼ਾਂ ਹੋਰ ਘੁੰਮਦੀਆਂ ਹੋਣਗੀਆਂ ਔਰ ਕਿਤਾਬ ਅੱਗੇ ਖੁੱਲੀ ਰਹੇਗੀ, ਉਸ ਦਾ ਕੋਈ ਫਾਇਦਾ ਨਹੀਂ, ਠੀਕ ਹੈ। ਹੌਬੀ ਜਾਂ ਸਟ੍ਰੈਸ ਇਜ਼ ਅ ਸਟ੍ਰੈਸ ਬਸਟਰ। ਤੁਹਾਨੂੰ ਪੜ੍ਹਾਈ ਦੀ ਟੈਨਸ਼ਨ ਹੋ ਗਈ ਹੈ, ਮੇਰੇ ਨੰਬਰ ਘੱਟ ਆ ਗਏ, ਤੁਸੀਂ ਡਾਂਸ ਕਰਦੇ ਹੋ, ਥੋੜ੍ਹਾ ਜਿਹਾ ਡਾਂਸ ਕਰ ਲਓ, ਜ਼ੁੰਬਾ ਕਰਦੇ ਹੋ, ਥੋੜ੍ਹਾ ਜਿਹਾ ਜ਼ੁੰਬਾ ਕਰ ਲਓ। ਹਾਂ, ਪਲਾਂਟਸ ਨੂੰ ਪਾਣੀ ਦੇ ਕੇ ਤੁਹਾਨੂੰ ਖੁਸ਼ੀ ਮਿਲਦੀ ਹੈ, ਪਲਾਂਟਸ ਨੂੰ ਪਾਣੀ ਦੇ ਦਿਓ, ਬੁੱਕ ਰੀਡ ਕਰ ਲਓ, ਹੈ ਨਾ, ਪੇਂਟਿੰਗ ਕਰ ਲਓ। ਮਤਲਬ ਦੇਰ ਆਰ ਲੋਟਸ ਆਫ, ਆਈ ਥਿੰਕ ਤੁਹਾਡੀਆਂ ਬੜੇ ਬੱਚਿਆਂ ਦੀ ਬੜੀਆਂ ਹੌਬੀਜ਼ ਹੋਣਗੀਆਂ, ਲੇਕਿਨ ਇੱਕ ਨਾ ਇੱਕ ਹੌਬੀ। ਡਾਂਸ ਕਰਨ ਵਾਸਤੇ ਇਹ ਨਹੀਂ ਕਿ ਕਿਸੇ ਡਾਂਸਿੰਗ ਸਕੂਲ, ਹੁਣ ਅੱਜ ਮੰਮੀ ਦੇ ਪਿੱਛੇ ਜਾ ਕੇ ਪੈ ਜਾਓ ਜੀ, ਕਿਹਾ ਹੈ ਮੈਡਮ ਨੇ ਕਿਹਾ ਹੈ ਜੀ ਡਾਂਸ ਸਾਨੂੰ ਆਉਣਾ ਚਾਹੀਦਾ, ਮੈਨੂੰ ਤਾਂ ਜ਼ੁੰਬਾ ਕਲਾਸ ਹੀ ਕਰਨੀ ਹੈ। ਇੱਕ ਹੱਥ ਉੱਥੇ ਮਾਰਿਆ, ਇੱਕ ਹੱਥ ਉੱਥੇ ਮਾਰਿਆ, ਡਾਂਸ ਲਗਾਇਆ, ਲੱਤ ਉੱਥੇ ਜਾ ਰਹੀ ਹੈ, ਡਾਂਸ ਕਰਕੇ ਆਪਣੇ ਆਪ ਨੂੰ ਸਟ੍ਰੈਸ ਮਤਲਬ ਫ੍ਰੀ ਕਰੋ ਤੇ ਦੁਬਾਰਾ ਹੋ ਜਾਓ। ਉਸ ਦੇ ਵਾਸਤੇ ਕੋਈ ਕਲਾਸ ਲੈਣ ਦੀ ਜ਼ਰੂਰਤ ਨਹੀਂ ਹੈ। ਜਸਟ ਰਿਲੈਕਸ yourself ਟੂ ਫੋਕਸ ਔਨ ਯੋਰ ਏਮ। ਹੁਣੇ ਗੱਲ ਹੋਈ ਹੈ ਕਿ ਅਸੀਂ ਆਪਣੇ ਏਮ ਉੱਪਰ ਕਿਸ ਤਰ੍ਹਾਂ ਫੋਕਸ ਕਰੀਏ। ਜਦੋਂ ਤੁਸੀਂ ਰਿਲੈਕਸ ਨਹੀਂ ਹੋਵੋਗੇ ਤਾਂ ਫੋਕਸ ਨਹੀਂ ਕਰ ਪਾਓਗੇ। ਇਸ ਕਰਕੇ ਹੈਲਦੀ ਮਾਈਂਡ ਇਜ਼ ਇਨ ਹੈਲਦੀ ਬੋਡੀ। ਹੈਲਦੀ ਬੋਡੀ ਵਿੱਚ ਹੈਲਦੀ ਮਾਈਂਡ ਹੈ, ਔਰ ਹੈਲਦੀ ਮਾਈਂਡ ਉਸੇ ਵਿੱਚ ਹੋਏਗਾ ਜਿਹੜੀ ਬੋਡੀ ਹੈਲਦੀ ਹੋਏਗੀ, ਠੀਕ ਹੈ ਨਾ। ਤੇ ਇਹ ਸਭ ਚੀਜ਼ਾਂ ਵਾਈਸ ਸੇ ਵਰਸਾ ਚੱਲਦੀਆਂ ਨੇ, ਔਰ ਬਾਕੀ ਸਾਰੀਆਂ ਚੀਜ਼ਾਂ ਹੈਲਥ ਤੋਂ ਬਾਅਦ ਹੀ ਚੱਲਦੀਆਂ। ਇਸੇ ਕਰਕੇ ਮੇਰੇ ਖਿਆਲ ਆਰਗੇਨਾਈਜ਼ਰਸ ਨੇ ਹਫਤੇ ਵਿੱਚ ਹੈਲਥ ਉੱਪਰ ਇੱਕ ਲੈਕਚਰ ਰੱਖਿਆ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਹੈਲਥ ਤੋਂ ਬਿਨਾਂ ਹੋਰ ਕੁਝ ਹੋਏਗਾ ਨਹੀਂ। ਹੁਣ ਇਹ ਹੈਲਥ ਦਾ ਤੇ ਹੋ ਗਿਆ। ਹੁਣ ਮੈਂ ਇਸ ਪਲੇਟਫਾਰਮ ਤੇ ਖੜੀ ਹਾਂ ਤੇ ਮੈਂ 2-3 ਚੀਜ਼ਾਂ ਮੈਨੂੰ ਦਿਮਾਗ ਵਿੱਚ ਆਉਂਦੀਆਂ ਜਿਹੜਾ ਕਿ ਮੈਂ ਚਾਹੁੰਦੀ ਹਾਂ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਇੱਕ ਸਭ ਤੋਂ ਪਹਿਲੇ ਹੁਣ ਇੱਕ ਗੱਲ ਹੋਈ ਹੈ ਸਬਸਟੈਂਸ ਅਬਿਊਜ਼ ਦੀ, ਠੀਕ ਹੈ। ਬੜਾ ਦੁੱਖ ਹੁੰਦਾ ਹੈ ਜਦੋਂ ਆਪਣੇ ਬੱਚੇ ਜਿਨ੍ਹਾਂ ਨੂੰ ਅਸੀਂ ਮਤਲਬ ਮੈਨੂੰ ਤੇ ਇਹ ਲੱਗਦਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਕੀ ਇਹ ਦੇਖਣ ਵਾਸਤੇ ਕਰਵਾਈ ਹੈ। ਕਈ ਵਾਰੀ ਇੰਨਾ ਜ਼ਿਆਦਾ ਇਮੋਸ਼ਨਲ ਮੈਨੂੰ ਫੀਲਿੰਗ ਆਉਂਦੀ ਹੈ ਕਿ ਮਤਲਬ ਵਾਹਿਗੁਰੂ ਨੂੰ ਨਹੀਂ ਸੀ ਪਤਾ ਕਿ ਮੇਰੀ ਇਸ ਤਰ੍ਹਾਂ ਕਿਸ ਤਰ੍ਹਾਂ ਜਾ ਰਹੀ ਹੈ, ਕਿਉਂ ਉਹਨਾਂ ਨੇ ਛੋਟੇ ਆਪਣੇ ਬੱਚੇ ਵਾਰ ਦਿੱਤੇ ਸਾਡੇ ਵਾਸਤੇ, ਜਿਹੜੇ ਸਾਡੇ ਅੱਗੇ ਬੱਚੇ ਜਾ ਕੇ ਨਸ਼ਿਆਂ ਵਿੱਚ ਜਾ ਰਹੇ ਨੇ। ਬੜਾ ਉਹ ਦਿਲ ਖਰਾਬ ਹੁੰਦਾ ਹੈ। ਲੇਕਿਨ ਚਲੋ ਇਹ ਮੇਰਾ ਆਪਣਾ ਪਰਸਨਲ ਉਹ ਹੈ। ਲੇਕਿਨ ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿ ਜਿਹੜੇ ਬੱਚੇ ਜਿਨ੍ਹਾਂ ਨੂੰ ਸ਼ੁਰੂ ਤੋਂ ਐਸੇ ਸੰਸਕਾਰ ਮਿਲੇ ਹਨ, ਜਿਨ੍ਹਾਂ ਨੂੰ ਸ਼ੁਰੂ ਤੋਂ ਇਹ ਨਹੀਂ ਕਿਹਾ, ਮੱਛੀ ਪਕੜ ਕੇ ਨਹੀਂ ਦਿੱਤੀ ਗਈ, ਕਿਹਾ ਜਾਓ ਬੈਠੋ ਮੱਛੀ ਤੁਸੀਂ ਆਪੇ ਪਕੜਨੀ ਹੈ, ਉਹ ਵਾਲੇ ਬੱਚੇ ਉਹ ਆਪਣੇ ਗੁਰੂ ਤੋਂ ਵਿਮੁਖ ਨਹੀਂ ਹੋ ਸਕਦੇ। ਜਿਨ੍ਹਾਂ ਨੂੰ ਸ਼ੁਰੂ ਤੋਂ ਅਸੀਂ ਸਾਖੀਆਂ ਸੁਣਾਈਆਂ ਹਨ, ਜਿਨ੍ਹਾਂ ਨੂੰ ਸ਼ੁਰੂ ਤੋਂ ਪਤਾ ਹੈ ਕਿ ਸਾਡੀ ਕੌਮ ਵਾਸਤੇ ਕਿੰਨੇ ਬਲੀਦਾਨ ਦਿੱਤੇ ਗਏ ਨੇ, ਤੇ ਉਹ ਵਿਮੁਖ ਨਹੀਂ ਹੋ ਸਕਦੇ। ਇਸ ਦਾ ਮਤਲਬ ਸਾਡੀ ਜਿਹੜੀ ਮਾਵਾਂ ਹਨ ਜਾਂ ਸਾਡੀ ਦਾਦੀਆਂ ਹਨ, ਉਹਨਾਂ ਨੇ ਆਪਣੇ ਬੱਚਿਆਂ ਨੂੰ ਸਹੀ ਸੰਸਕਾਰ ਨਹੀਂ ਦਿੱਤੇ, ਇਸ ਕਰਕੇ ਬੱਚੇ ਵਿਮੁਖ ਹੋਏ ਨੇ। ਤੇ ਅਸੀਂ ਆਪਣੀ ਗਲਤੀ ਮੰਨਦੇ ਹੋਏ ਤਾਈਓ ਇਹ ਅਸੀਂ ਕਰ ਰਹੇ ਹਾਂ ਕਿ ਆਪਣੇ ਨਾਲ ਔਰ ਜਿਸ ਬੱਚੇ ਵਿੱਚ ਅੱਛੇ ਸੰਸਕਾਰ ਜੁੜ ਗਏ ਉਹ ਕਦੀ ਵਿਮੁਖ ਹੋ ਹੀ ਨਹੀਂ ਸਕਦਾ। ਇੱਕ ਗੱਲ। ਦੂਸਰੀ ਗੱਲ, ਅਗਰ ਤੁਸੀਂ ਆਪਣੇ ਬੱਚੇ ਨਾਲ ਕੁਆਲਿਟੀ ਟਾਈਮ ਸਪੈਂਡ ਕਰ ਰਹੇ ਹੋ ਡੇਲੀ 1 ਘੰਟਾ, ਉਹ 1 ਹਫ਼ਤੇ ਤੁਹਾਨੂੰ ਨਹੀਂ ਦੱਸੇਗਾ ਕਿ ਮੰਮੀ ਮੇਰਾ ਉਹ ਵਾਲਾ ਦੋਸਤ ਬਣਿਆ ਜਿਹੜਾ ਕਿ ਇਸ ਤਰ੍ਹਾਂ ਦਾ ਨਸ਼ਾ ਕਰਦਾ ਹੈ। 2 ਹਫ਼ਤੇ ਨਹੀਂ ਦੱਸੇਗਾ, ਡੇਲੀ ਤੁਸੀਂ ਉਸਨੂੰ ਹਫ਼ਤਾ ਦੱਸੇਗਾ, ਆਏਗਾ ਤੁਹਾਡੇ ਪਿੱਛੇ ਲੜ ਪਕੜੇਗਾ, ਮੰਮੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ, ਮੰਮੀ ਮੈਂ ਨਾ ਉਸ ਨਾਲ ਦੋਸਤੀ ਪਾ ਲਈ ਹੈ। ਤੁਹਾਨੂੰ ਪਤਾ ਹੈ ਤੁਸੀਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ ਸਨਬ ਕਰਨਾ ਹੈ, ਤੁਹਾਨੂੰ ਪਤਾ ਹੈ ਤੁਸੀਂ ਆਪਣੇ ਬੱਚੇ ਨੂੰ ਕਿਸ ਤਰ੍ਹਾਂ, ਕਿਉਂਕਿ ਉਹ ਤੁਹਾਡਾ ਬੱਚਾ ਹੈ, ਤੁਸੀਂ ਉਸ ਨੂੰ ਕਿਸ ਤਰ੍ਹਾਂ ਸਮਝਾਉਣਾ ਹੈ।
ਬੱਚਾ ਤੇ ਇੱਕ ਮਿੱਟੀ ਹੈ, ਅਸੀਂ ਕੁਮਹਾਰ ਹਾਂ। ਅਗਰ ਮਿੱਟੀ ਨੂੰ ਸਹੀ ਰੂਪ ਦੇ ਦਿੱਤਾ ਜਾਏਗਾ ਸਹੀ ਟਾਈਮ ਤੇ ਉਸ ਦਾ ਵਿਗੜਨ ਦਾ ਕੋਈ ਮਤਲਬ ਹੀ ਨਹੀਂ ਹੈ। ਤੇ ਲੇਕਿਨ ਅਗਰ ਘੜਾ ਪੱਕ ਗਿਆ ਹੈ, ਤੁਸੀਂ ਕਹਿ ਰਹੇ ਹੋ ਹੁਣ ਤੇ ਮੈਂ ਡੀ ਐਡਿਕਸ਼ਨ ਉਸ ਦੇ ਵਿੱਚ ਲੈ ਕੇ ਜਾਣਾ ਹੈ, ਉਹ ਬਹੁਤ ਦੇਰ ਹੋ ਚੁੱਕੀ ਹੈ, ਚਿੜੀਆ ਚੁੱਗ ਗਈ ਖੇਤ ਵਾਲੀ ਗੱਲ ਹੋ ਗਈ ਹੈ। ਤੇ ਇਸ ਕਰਕੇ ਸਪੈਂਡ ਕੁਆਲਿਟੀ ਟਾਈਮ ਇਸ ਕਰਕੇ ਨਹੀਂ ਹੈ ਕਿ ਅਸੀਂ ਬੱਚੇ ਨੂੰ ਜੀ ਸਾਡਾ ਫਰਜ਼ ਹੈ ਉਸ ਨੂੰ ਦੇਣਾ। ਉਸ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈ, ਉਹ ਇਸ ਵਕਤ ਕੀ ਉਸ 'ਤੇ ਕਿਸ ਟੈਨਸ਼ਨ ਤੋਂ ਗੁਜ਼ਰ ਰਿਹਾ ਹੈ, ਉਸਦੇ ਨੰਬਰ ਘੱਟ ਆਏ, ਉਸਦੇ ਸਾਰੇ ਦੋਸਤ ਇੰਜੀਨੀਅਰਿੰਗ ਵਿੱਚ ਸਿਲੈਕਟ ਹੋ ਗਏ, ਉਸ ਵਿਚਾਰੇ ਨੂੰ ਕੋਈ ਸੀਟ ਨਹੀਂ ਮਿਲੀ, ਉਹ ਟੈਨਸ਼ਨ ਵਿੱਚ ਚੱਲ ਰਿਹਾ। ਤੁਸੀਂ ਜਦੋਂ ਉਸ ਰੋਜ਼ ਦਾ ਰੋਜ਼ ਕੁਆਲਿਟੀ ਟਾਈਮ ਦੋਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਮੇਰਾ ਬੱਚਾ ਇਸ ਵਕਤ ਇਸ ਤਰ੍ਹਾਂ ਤੋਂ ਚੀਜ਼ਾਂ ਤੋਂ ਗੁਜ਼ਰ ਰਿਹਾ ਹੈ। ਇਸ ਲਈ 15-20 ਮਿੰਟ ਮਾਂ ਪਿਓ ਅਲੱਗ-ਅਲੱਗ ਆਪਣੇ ਹਿਸਾਬ ਨਾਲ ਆਪਣਾ ਬੱਚਿਆਂ ਨਾਲ ਕੁਆਲਿਟੀ ਟਾਈਮ ਸਪੈਂਡ ਕਰਨ। ਔਰ ਕਿਉਂਕਿ ਇੱਥੇ ਮਾਂ ਬਾਪ ਘੱਟ ਹਨ, ਬੱਚੇ ਜ਼ਿਆਦਾ ਹਨ, ਤੇ ਬੱਚੇ ਤੁਸੀਂ ਆਪਣੀ ਮੰਮੀ ਨਾਲ ਦੋਸਤੀ ਯਾਰੀ ਪਾਓ, ਆਪਣੇ ਪਾਪਾ ਨਾਲ ਪਾਓ। 1-2 ਦਿਨ ਉਹ ਤੁਹਾਨੂੰ ਝਿੜਕ ਕੇ ਪਰੇ ਕਰਨਗੇ, ਕੀ ਹੋ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ, ਚਿਪਕੀ ਜਾ ਰਹੇ ਹੈ। ਤੀਸਰੇ ਚੌਥੇ ਪੰਜਵੇਂ ਦਿਨ ਉਹਨਾਂ ਨੂੰ ਰਿਅਲਾਈਜ਼ ਹੋਏਗਾ ਕਿ ਹਾਂ ਅਸੀਂ ਇਹਨਾਂ ਨੂੰ ਕੁਆਲਿਟੀ ਟਾਈਮ ਦੇਣਾ ਹੈ, ਇਹ ਸਾਡਾ ਫਰਜ਼ ਹੈ। ਖਾਣ ਪੀਣ ਵਾਸਤੇ ਚੀਜ਼ਾਂ ਦੇਣ ਤੋਂ ਇਲਾਵਾ ਟਾਈਮ ਦੇਣਾ ਵੀ ਬਹੁਤ ਜ਼ਰੂਰੀ ਹੈ। ਹੁਣ ਇੱਕ ਹੋਰ ਹੈ, ਇੱਕ ਤੇ ਫੀਮੇਲ ਇਨਫੈਂਟੀਸਾਈਡ, ਫੀਟੀਸਾਈਡ ਐਂਡ ਡੋਮੈਸਟਿਕ ਵਾਇਲੈਂਸ। ਇਹ ਸਾਡੀ ਕੌਮ ਵਿੱਚ ਵੀ ਬਹੁਤ ਜ਼ਿਆਦਾ ਦੇਖਿਆ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਥੋੜ੍ਹੀ ਕੋੜੀ ਵੀ ਹੈ, ਜਿਹੜੇ ਵਾਹਿਗੁਰੂ ਕੋਲ ਜਿਹੜੇ ਲੋਕ ਅਰਦਾਸਾਂ ਤੇ ਮੰਨਤਾਂ ਲੈ ਕੇ ਗੁਰੂ ਘਰ ਜਾਂਦੇ ਹਨ ਮੁੰਡਾ ਮੰਗਣ ਵਾਸਤੇ, ਉਹੀ ਲੋਕ ਇਹ ਵਾਲੇ ਕੰਮ ਕਰਦੇ ਨੇ। ਕੋੜੀ ਗੱਲ ਹੈ ਲੇਕਿਨ ਇਹੋ ਹੀ ਸੱਚਾਈ ਹੈ। ਇਸ ਕਰਕੇ ਮੈਂ ਕਹਿਣਾ ਚਾਹ ਰਹੀ ਹਾਂ ਕਿ ਅਗਰ ਤੁਸੀਂ ਅਰਦਾਸਾਂ ਮੁੰਡਿਆਂ ਵਾਸਤੇ ਕਰ ਰਹੇ ਹੋ ਤੇ ਇਸ ਦਾ ਮਤਲਬ ਤੁਹਾਨੂੰ ਆਪਣੇ ਵਾਹਿਗੁਰੂ ਉੱਪਰ ਵਿਸ਼ਵਾਸ ਨਹੀਂ ਹੈ। ਉਹ ਅਗਰ ਤੁਹਾਨੂੰ ਕੁੜੀ ਦੇ ਰਿਹਾ ਹੈ, ਇਸ ਦਾ ਮਤਲਬ ਉਸਨੇ ਕੁਝ ਸੋਚ ਕੇ ਰੱਖੇ ਦਾ ਹੈ ਕਿ ਤੁਹਾਨੂੰ ਉਸ ਕੁੜੀ ਨੂੰ ਕਿੱਥੇ ਪਹੁੰਚਾਉਣਾ ਹੈ ਜਾਂ ਉਸ ਕੁੜੀ ਨੇ ਕੀ ਕਰਨਾ ਹੈ ਤੁਹਾਡੇ ਵਾਸਤੇ। ਅੱਜ ਕੱਲ੍ਹ ਤਾਂ ਟਾਈਮ ਚੇਂਜ ਹੋ ਗਿਆ ਹੈ, ਮੁੰਡੇ ਕੁੜੀ ਵਿੱਚ ਵੈਸੇ ਕੋਈ ਫਰਕ ਹੈ ਨਹੀਂ। ਮੁੰਡੇ ਵੀ +2 ਤੋਂ ਬਾਅਦ ਬਾਹਰ ਚਲੇ ਜਾਂਦੇ ਨੇ ਤੇ ਕੁੜੀਆਂ ਵੀ +2 ਤੋਂ ਬਾਅਦ ਬਾਹਰ ਚਲੇ ਜਾਂਦੇ ਨੇ। ਤੇ ਜਿਸ ਬੱਚੇ ਵਿੱਚ ਅੱਛੇ ਸੰਸਕਾਰ ਹੁੰਦੇ ਨੇ, ਉਹ ਕੁੜੀ ਹੋਏ ਜਾਂ ਮੁੰਡਾ ਹੋਏ, ਉਹ ਆਪਣੇ ਮਾਂ-ਬਾਪ ਨੂੰ ਦੇਖਦੇ ਨੇ, ਬਾਕੀ ਤੇ ਸਾਰੇ ਬੋਝ ਹੀ ਸਮਝਦੇ ਨੇ। ਉਹ ਅਸੀਂ ਅੱਜ ਸੋਸਾਇਟੀ ਵਿੱਚ ਦੇਖ ਹੀ ਰਹੇ ਹਾਂ, ਤਾਂ ਹੀ ਇੰਨੇ ਬਿਰਧ ਆਸ਼ਰਮ ਬਣ ਰਹੇ ਨੇ। ਚਲੋ ਇਹ ਗੱਲ ਹੋ ਗਈ। ਹੁਣ ਮੈਂ ਇਹ ਕਹਿਣਾ ਚਾਹ ਰਹੀ ਹਾਂ ਕਿ ਜਿਹੜੇ ਕੁੜੀਆਂ ਹਨ, ਫਿਰ ਜਦੋਂ ਕੁੜੀਆਂ ਘਰ ਵਿੱਚ ਨਹੀਂ ਹਨ, ਸਿਰਫ ਮੁੰਡੇ ਹੀ ਹਨ, ਤੇ ਉਸ ਘਰ ਵਿੱਚ ਇਹ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਕਿ ਮੰਮੀ ਬੈਠੋ ਜ਼ਰਾ, ਤੁਸੀਂ ਮੈਂ ਤੁਹਾਨੂੰ ਗਰਮ ਫੁਲਕਾ ਬਣਾ ਕੇ ਲਿਆਂਦੀ ਹਾਂ, ਜਾਂ ਮੰਮੀ ਤੁਸੀਂ 4 ਦਿਨਾਂ ਦੇ ਠੀਕ ਨਹੀਂ ਨਜ਼ਰ ਆ ਰਹੇ, ਚਲੋ ਡਾਕਟਰ ਕੋਲ ਚਲੀਏ, ਜਾਂ ਫਿਰ ਤੁਸੀਂ ਪਾਪਾ ਆਫਿਸ ਤੋਂ ਥੱਕੇ ਹੋਏ ਆਏ ਹੋ, ਮੈਂ ਚਾਹ ਬਣਾ ਕੇ ਲਿਆਂਦੀ ਹਾਂ, ਜ਼ਰਾ ਬੈਠੋ, ਬੈਗ ਖਿੱਚ ਲੇਗੀ। ਠੀਕ ਹੈ। ਹੁਣ ਇਹ ਨਹੀਂ ਕਿ ਇਹ ਮੁੰਡੇ ਨਹੀਂ ਕਰ ਸਕਦੇ, ਲੇਕਿਨ ਜਿਹੜੇ ਮੁੰਡੇ ਵਾਹਿਗੁਰੂ ਕੋਲੋਂ ਅਰਦਾਸਾਂ ਕਰਕੇ ਐਜ਼ ਏ ਸਪੈਸ਼ਲ ਗਿਫਟ ਘਰ ਆਏ ਹਨ, ਉਹਨਾਂ ਨੂੰ ਬਚਪਨ ਤੋਂ ਲੈ ਕੇ ਸਪੈਸ਼ਲ ਟਰੀਟਮੈਂਟ ਮਿਲਿਆ ਹੈ, ਉਹ ਐਜ਼ ਏ ਸਪੈਸ਼ਲ ਚਾਈਲਡ ਹੀ ਰਹਿ ਜਾਂਦੇ ਨੇ। ਉਹ ਘਰ ਦੀ ਰਿਸਪੌਂਸਿਬਿਲਿਟੀ ਕਦੀ ਨਹੀਂ ਲੈਂਦੇ। ਉਹ ਮੰਮੀ ਪਾਪਾ ਉੱਪਰ ਹਰ ਕੰਮ ਦਾ ਅਹਿਸਾਨ ਹੀ ਕਰਦੇ ਨੇ। ਉਹ ਆ ਗਏ, ਅਗਰ ਬੜੀ ਅੱਛੀ ਗੱਲ ਹੈ, ਆ ਗਏ ਸਾਡੇ ਘਰ ਆ ਗਏ, ਹੁਣ ਉਹ ਕੁੜੀ ਮੁੰਡਾ ਇੱਕੋ ਜਿਹਾ ਟਰੀਟਮੈਂਟ ਜਿਸ ਤਰ੍ਹਾਂ ਦਾ ਕੁੜੀ ਨੂੰ ਮਿਲੇਗਾ ਉਸ ਤਰ੍ਹਾਂ ਹੀ ਮਿਲੇਗਾ। ਉਹ ਮੁੰਡਾ ਕਦੀ ਨਹੀਂ ਵਿਗੜੇਗਾ। ਹੁਣ ਅੱਗੇ ਜ਼ਿਆਦਾ ਨਹੀਂ ਹੋ ਰਿਹਾ। ਮੇਰੀਆਂ ਆਪਣੀਆਂ 2 ਬੇਟੀਆਂ ਤੇ ਮੈਂ ਬੇਟੀਆਂ ਉੱਪਰ ਇੱਕ ਪੋਇਮ ਲਿਖੀ ਹੈ, ਹਿੰਦੀ ਵਿੱਚ ਹੈ ਉਹ, ਲੇਕਿਨ ਮੈਨੂੰ ਲੱਗਦਾ ਹੈ ਮੈਂ ਇਸ ਪਲੇਟਫਾਰਮ ਉੱਪਰ ਸ਼ੇਅਰ ਕਰ ਲੈਂਦੀ ਹਾਂ। मेरे सिर का ताज हैं बेटियां मेरी, मेरा कल और आज हैं बेटियां मेरी, ख्यालों की तस्वीर वे ख्वाबों की ताबीर हैं, मेरे अरमानों की परवाज़ हैं बेटियां मेरी। मेरा कल और आज हैं बेटियां मेरी, मेरे सर का ताज हैं बेटियां मेरी। थाम कर हाथ उनका मैंने जो चलना सिखाया है, थाम कर हाथ उनका मैंने जो चलना सिखाया है, हर राह पर उन्होंने भी तो कदम से कदम मिलाया है। मेरी पतंग की डोर सी बेटियां मेरी, पतंग मेरी ज़िंदगी है, मेरी फैमिली है। मेरी पतंग की डोर सी बेटियां मेरी, अथाह गगन का छोर सी बेटियां मेरी। जिंदगी की राहों में कई बार भरमाया है, जिंदगी की राहों ने कई बार भरमाया है, स्याह काली रातों ने बार बार डराया है। मेरे ख्वाबों की टकोर सी बेटियां मेरी, अंधेरी काली रातों की भोर सी बेटियां मेरी। फूल खिल उठते हैं
जब वो हंस देती हैं, आंसू जो निकले लगता है मोती हैं। फूल खिल उठते हैं जब वो हंस देती हैं, आंसू जो निकले लगता है मोती हैं। हमारी बगिया में नाचती मोर सी बेटियां मेरी, जीवन के सूनेपन का कलोल सी बेटियां मेरी। हमारी बगिया में नाचती मोर सी बेटियां मेरी, जीवन के सूनेपन का कलोल सी बेटियां मेरी। मेरे सर का ताज हैं बेटियां मेरी, मेरा कल और आज हैं बेटियां मेरी। थैंक यू सो मच।